हाँ जी स्टूडेंट्स, वो कॉइन्स का केस समझते हैं। ठीक है, देखो बेटा कॉइन्स में ਜਿਹੜਾ ਹੈਗਾ टोटल आउटकम्स किन्ने ਹੁੰਦੇ ਆ बेटा। टोटल आउटकम्स वास्ते जनरल फार्मूला ਹੁੰਦਾ है 2 ਦੀ ਪਾਵਰ n। ठीक है, जिन्ने मर्जी कॉइन होण ਅਸੀਂ ਇਹ फार्मूला यूज़ कर सकते हैं टोटल आउटकम्स ਕੱਢਣ ਵਾਸਤੇ। ठीक है, देखो जिस तरह n ਕੀ ਹੈਗਾ नंबर ऑफ कॉइन्स, जिन्ने कॉइन्स यूज़ होए। जे 1 कॉइन यूज़ होया 2 ਦੀ ਪਾਵਰ 1, जे 2 कॉइन्स यूज़ होए 2 ਦੀ ਪਾਵਰ 2 यानी कि 4 हो गई। जे 3 कॉइन्स यूज़ होए 2 ਦੀ पावर 3 यानी कि 8 हो गया। ठीक है, क्लियर है। ਇਹ बेटा जनरल फार्मूला टोटल आउटकम्स कॉइन्स ਦੇ केस ਵਿੱਚ। ठीक है, क्लियर है। आओ जरा ਹੁਣ ਆਪਾਂ केस 1 ਕਰਦੇ। 1 कॉइन, when 1 coin is tossed, एक कॉइन टॉस ਕੀਤਾ बेटा फिर बेटा टोटल आउटकम्स ਨੂੰ सैंपल स्पेस भी कह ਦਿੰਦੇ ਆ। ठीक है, ਸੋ ਇਹ याद रखियो। ठीक है, टोटल आउटकम्स ਆਪਾਂ ਪਹਿਲਾਂ ਤੇ ਇਹ ਦੇਖਣਾ ਹੈਗਾ ਕਿਹੜੇ ਕਿਹੜੇ ਆ, ਦੈਨ ਉਸ ਤੋਂ ਬਾਅਦ ਕਿੰਨੇ ਹੈਗੇ ਆ। ਠੀਕ ਹੈ, ਕਿੰਨਿਆਂ ਦਾ ਤੇ ਮੈਂ ਤੁਹਾਨੂੰ ਦੱਸ ਦਿੱਤਾ ਫਾਰਮੂਲਾ। ਆਪਾਂ ਪਹਿਲਾਂ ਦੇਖੀਏ ਕਿਹੜੇ ਕਿਹੜੇ। ਤੇ ਬੇਟਾ ਟੋਟਲ ਆਊਟਕਮਸ ਨੂੰ ਕਰਲੀ ਬ੍ਰੈਕਟ ਵਿੱਚ ਲਿਖੀਦਾ। ਠੀਕ ਹੈ, ਕਿਹੜਾ ਇੱਕ ਹੈਡ ਆ ਸਕਦਾ ਜਾਂ ਟੇਲ ਆ ਸਕਦਾ। ਇਹ ਸਾਡੇ ਟੋਟਲ ਆਊਟਕਮਸ ਹੋ ਗਏ ਇੱਕ ਕॉइन ਦੇ ਕੇਸ ਵਿੱਚ। ਠੀਕ ਹੈ, ਉਸ ਤੋਂ ਬਾਅਦ ਅਸੀਂ ਇਹ ਫਾਰਮੂਲਾ 2 ਦੀ ਪਾਵਰ 1 ਕਿਉਂਕਿ 1 कॉइन है कितना आ गया 2। टोटल आउटकम्स किन्ने हो गए 2 हो गए। क्लियर है बेटा। ਹੁਣ ਦੇਖੋ जरा, ਹੁਣ ਇਹ ਪ੍ਰੋਬੇबिलिटी ਦੇ ਮੈਂ ਕੁਝ ਲਏ ਹੈਗੇ ਆ ਕੁਐਸਚਨਸ ਥੋੜੇ। ਦੇਖੋ जरा बेटा, ਪ੍ਰੋਬੇबिलिटी ਆਫ ਹੈਡ। बेटा देखो ਸਾਡਾ ਫਾਰਮੂਲਾ ਜਿਹੜਾ ਸੀ ਪ੍ਰੋਬੇबिलिटी ਦਾ ਉਹ ਕੀ ਸੀ, ਉੱਪਰ ਹੈਗੇ ਸੀ ਨੰਬਰ ਆਫ ਫੇਵਰੇਬਲ ਆਊਟਕਮ, ਡਿਨੋਮੀਨੇਟਰ ਵਿੱਚ ਹੈਗਾ ਸੀ बेटा ਟੋਟਲ ਨੰਬਰ ਆਫ ਆਊਟਕਮ। बेटा 1 कॉइन ਦਾ ਕੇਸ ਹੈ, ਇਹ ਸਾਰਿਆਂ ਵਿੱਚ ਡਿਨੋਮੀਨੇਟਰ ਕੀ ਆਏਗਾ 2 ਹੀ ਆਏਗਾ ਕਿਉਂਕਿ ਟੋਟਲ ਨੰਬਰ ਆਫ ਆਊਟਕਮਸ 2 ਹੁੰਦੇ ਆ ਕਾਹਦੇ ਵਿੱਚ, ਇਹਦੇ ਵਿੱਚ बेटा 1 कॉइन वाले केस ਵਿੱਚ। ठीक है, क्लियर है। ਹੁਣ ਇੱਧਰ ਦੇਖੋ जरा, ਇੱਧਰ ਵੀ नीचे 2 ਆਏਗਾ ਤੇ ਇੱਧਰ ਵੀ नीचे 2 ਆਏਗਾ। 1 कॉइन ਦੇ केस ਵਿੱਚ ਸਾਰੇ ਵਿੱਚ ਡਿਨੋਮੀਨੇਟਰ ਜਿਹੜਾ ਹੈਗਾ 2 ਹੀ ਆਏਗਾ। ठीक है, ਹੁਣ ਦੇਖੋ ਜਰਾ ਧਿਆਨ ਨਾਲ बेटा। ਸਭ ਤੋਂ ਪਹਿਲਾਂ ਹੈਡ ਦੇਖੋ जरा, ਹੈਡ ਕੀ ਹੈ, ਸਾਨੂੰ ਹੈਡ ਚਾਹੀਦਾ मतलब ਇਹ ਫੇਵਰੇਬਲ ਆਊਟਕਮ ਹੈ, ਇਹ ਨਹੀਂ ਹੈ ਤੇ ਸੋ ਫੇਵਰੇਬਲ ਆਊਟਕਮਸ ਕਿੰਨੀਆਂ ਹੋ ਗਿਆ 1। ठीक है, क्लियर है। ਉਸ ਤੋਂ ਬਾਅਦ ਟੇਲ ਦਾ ਕੇਸ ਯਾਨੀ ਕਿ ਇਹ ਚਾਹੀਦਾ ਇਹ ਨਹੀਂ ਚਾਹੀਦਾ, ਸੋ ਇਸ ਕਰਕੇ ਕਿੰਨੀਆਂ ਫੇਵਰੇਬਲ ਆਊਟਕਮਸ ਹੋ ਗਈਆਂ 1। ਸੋ ਇਹਦਾ ਵੀ 1/2 ਆਨਸਰ ਹੋ ਗਿਆ। 1/2 ਨੂੰ ਤੁਸੀਂ ਸਮਝ ਸਕਦੇ ਹੋ 0.5 यानी कि 50%। ठीक है, क्लियर है। ਉਸ ਤੋਂ ਬਾਅਦ ਦੇਖੋ जरा ਇਹਦਾ नॉट ਹੈਡ। बेटा नॉट ਹੈਡ ਨੂੰ ਇਸ ਤਰ੍ਹਾਂ ਬਾਰ ਪਾ ਕੇ ਵੀ ਸ਼ੋ ਕਰ ਸਕਦੇ ਹੈਗੇ। ठीक है, मैं दोनों तरह ਤੁਹਾਨੂੰ ਦੱਸ ਦਿੱਤਾ ਹੈਗਾ। ठीक है, ਹੁਣ नॉट ਹੈਡ, ਜੇ ਹੈਡ ਨਹੀਂ बेटा ਚਾਹੀਦਾ ਤੇ ਫਿਰ ਕੀ ਹੈਗਾ, ਹੈਡ ਨਹੀਂ ਚਾਹੀਦਾ ਇਹਦਾ ਮਤਲਬ ਟੇਲ ਹੈ ਕੇਸ, ਸੋ 1/2। ਉਸ ਤੋਂ ਬਾਅਦ ਦੇਖੋ नॉट टेल। नॉट टेल ਦਾ बेटा ਕਿਹੜਾ ਕੇਸ ਹੈਗਾ। ठीक है, नॉट टेल यानी कि टेल नहीं ਚਾਹੀਦਾ ਹੈਡ ਚਾਹੀਦਾ, ਸੋ ਕਿਹੜਾ बेटा केस ਹੋਇਆ 1/2। ठीक है बेटा। बेटा 1 कॉइन वाला केस तुहानू समझ आ गया, एक बार वेख लो स्क्रीनशॉट लै लो, दैन 2 कॉइन्स वाला करते हैं। ठीक है, हाँ जी स्टूडेंट्स, आओ 2 कॉइन्स वाला केस करते हैं। देखो जरा केस 2 है अपना 2 कॉइन्स। बेटा ध्यान ना देखो जरा, व्हेन 2 कॉइन्स आर टॉस्ड साइमल्टेनियसली। 2 कॉइन्स आर टॉस साइमल्टेनियसली मतलब कि 2 कॉइन्स इस तरह इकट्ठे ही उछाले गए है। ठीक है, ਇਹ 2 कॉइन्स वाला केस है। ठीक है, ਜਾਂ ਫਿਰ ਕੀ ਹੈ when 1 coin is tossed twice, ਇੱਕ coin ਨੂੰ 2 ਵਾਰੀ ਟੌਸ ਕੀਤਾ। ਇਹ ਵੀ ਬੇਟਾ 2 coins ਵਾਲੇ ਕੇਸ ਹੈ। ਠੀਕ ਹੈ, ਇਹ ਧਿਆਨ ਰੱਖਣਾ ਪੇਪਰ ਵਿੱਚ ਜਿਹੜਾ ਹੈਗਾ 1 coin ਲਿਖਿਆ ਸਮਝ ਕੇ ਇਹ ਨਾ ਸਮਝ ਲੈਣਾ ਕਿ 1 coin ਵਾਲਾ ਕੇਸ ਹੈ। ਇਹਨੂੰ ਪੂਰਾ ਰੀਡ ਕਰੋ, when 1 coin is tossed twice, ਇਹ ਬੇਟਾ 2 coins ਵਾਲਾ ਕੇਸ ਹੈਗਾ। ਚਾਹੇ ਇਹ ਕਿਆ ਹੋਵੇ when 2 coins are tossed simultaneously, ਤੇ ਇਹ ਕਿਆ ਹੋਏ when 1 coin is tossed twice, ਦੋਵੇਂ ਜਿਹੜੇ ਹੈਗੇ बेटा 2 coins ਵਾਲੇ ਕੇਸ ਹੀ ਹੈ। ਠੀਕ ਹੈ, ਕਲੀਅਰ ਹੈ। ਹੁਣ बेटा ਟੋਟਲ ਆਊਟਕਮਸ ਜਾਂ ਸੈਂਪਲ ਸਪੇਸ ਵੀ ਇਹਨੂੰ ਕਹਿ ਦਿੰਦੇ। ਕਿਸ ਤਰ੍ਹਾਂ, ਪਹਿਲਾਂ ਤਾਂ ਦੇਖੋ ਕਿੰਨੇ ਹੋਣਗੇ 2 ਦੀ ਪਾਵਰ 2 ਕਿਉਂਕਿ ਨੰਬਰ ਆਫ coins ਹੁਣ ਕਿੰਨੇ ਹੈ 2, 2 ਦੀ ਪਾਵਰ 2 ਕਿੰਨੇ ਹੋ ਗਏ 4। ਠੀਕ ਹੈ, ਟੋਟਲ ਆਊਟਕਮਸ ਦੇ 2 coins ਦੇ ਵਿੱਚ ਕਿੰਨੇ ਹੋ ਗਏ 4। ਠੀਕ ਹੈ, ਕਲੀਅਰ ਹੈ। ਇੱਧਰ ਦੇਖੋ ਨਾ ਹੁਣ ਕਿਹੜੇ ਕਿਹੜੇ ਹੋਣਗੇ। ਮੰਨ ਲਓ ਫਸਟ ਤੇ ਹੈਡ ਆ ਗਿਆ, ਸੈਕਿੰਡ ਤੇ ਵੀ ਹੈਡ ਆ ਗਿਆ यानी कि हैड हैड, जै भी हो सकता पहले तो हैड आ जाए दूसरे ते टेल आ जाए। सैकेंड केस जिहड़ा हैगा थर्ड की है, पहले तो हो सकता टेल आ जाए दूजे ते हैड आ जाए या फिर दोनों ते टेल आ जाए। ठीक है, ਇਹ ਸਾਡੇ ਹੋ ਗਏ टोटल आउटकम्स। ठीक है, ਹੁਣ बेटा ਇਹ मैं कुछ क्वेश्चन ਨਾਲ ਲਏ ਹੋਏ ਆ। ठीक है, देखो जरा ये सारिਆਂ ਵਿੱਚ ਜਿਹੜਾ डिनोमीनेटर है
यानी कि डिनोमिनेटर की ਹੁੰਦਾ ਟੋਟਲ ਆਊਟਕਮਸ ਅਸੀਂ ਲਿਖਣੇ ਹੁੰਦੇ ਆਨਸਰ ਵਿੱਚ ਕਿਉਂਕਿ ਪ੍ਰੋਬੇਬਿਲਿਟੀ ਦਾ ਫਾਰਮੂਲਾ ਕੀ ਹੈਗਾ ਪ੍ਰੋਬੇਬਿਲਿਟੀ ਦਾ ਫਾਰਮੂਲਾ ਹੈਗਾ ਨਿਊਮਰੇਟਰ ਵਿੱਚ ਕੀ ਹੈ ਨੰਬਰ ਆਫ ਫੇਵਰੇਬਲ ਆਊਟਕਮਸ ਨੀਚੇ ਕੀ ਹੈ ਡਿਨੋਮੀਨੇਟਰ ਵਿੱਚ ਟੋਟਲ ਨੰਬਰ ਆਫ ਆਊਟਕਮਸ ਟੋਟਲ ਨੰਬਰ ਆਫ ਆਊਟਕਮਸ ਤੇ ਸੇਮ ਰਹਿਣਗੇ ਕਿਉਂਕਿ 2 ਕੋਇਨਸ ਦਾ ਕੇਸ ਹੈ ਸੋ ਸਾਰਿਆਂ ਦੇ बेटा ओवर च आ जाएगा 4 ठीक है डिनोमिनेटर च आ जाएगा 4 ठीक है बेटा ਜਦੋਂ बेटा 2 ਕੋਇਨਸ ਵਾਲਾ ਕੇਸ ਆਏ ਉਦੋਂ ਜਿਹੜਾ ਹੈਗਾ ਆਨਸਰ ਦੇ ਡਿਨੋਮੀਨੇਟਰ ਵਿੱਚ 4 ਹੀ ਆਏਗਾ ਠੀਕ ਹੈ ਦੇਖੋ ਇਹਦਾ ਹੁਣ ਆਪਾਂ ਪਹਿਲਾ ਕੇਸ ਕਰਦੇ ਆ बेटा ਬੋਥ ਹੈਡ ਦੇਖੋ ਕਿਹੜੇ ਚ ਇਹਦੇ ਵਿੱਚ ਹੈ ਇਹਨਾਂ ਚ ਤੇ ਹੈ ਨਹੀਂ बेटा ਬੋਥ ਹੈਡ ਸੋ ਕਿੰਨਾ ਹੋ ਗਿਆ 1/, ਇੱਕ ਹੀ ਕੇਸ ਸੀ ਠੀਕ ਹੈ ਬੋਥ ਟੇਲ ਵਾਲਾ ਕਿਹੜਾ ਹੈ ਇਹ ਵਾਲਾ बेटा हो गया बाकी कोई नहीं सो 1/4 ठीक है 1/4 क्यों गया 0.25 यानी कि कितना आ गया 25% ठीक है क्लियर है आओ जरा देखते हैं बेटा हूँ 1 हेड 1 टेल वाला केड़ा बेटा ए भी नहीं है ए बेटा ए नहीं है तो 2 केसेस हो गए ए कितना आ गया 2/4 कटिंग हो के 1/2 आ जाएगा ठीक है क्लियर ठीक है समझ लगी यदि प्रोबेबिलिटी कितनी आ गई 1/2 यानी कि 0.5 यानी कि 50% आ गई ठीक है देखो जरा ਹੁਣ नो ਹੈਡ ਦਾ ਕਿਹੜਾ ਕੇਸ ਹੈ ਬੇਟਾ नो ਹੈਡ ਦਾ ਕੇਸ ਦੇਖੋ ਜਰਾ ਹੈਡ ਨਹੀਂ ਹੋਣਾ ਚਾਹੀਦਾ ਇਹਦੇ 'ਚ ਵੀ ਹੈਡ ਹੈਗਾ ਇਹਦੇ 'ਚ ਵੀ ਹੈਡ ਹੈਗਾ ਇਹਦੇ 'ਚ ਵੀ ਹੈਡ ਹੈਗਾ ਬੇਟਾ ਇਹਦੇ 'ਚ ਦੇਖੋ ਧਿਆਨ ਨਾਲ ਠੀਕ ਹੈ ਇਹਦੇ 'ਚ ਹੈਡ ਨਹੀਂ ਹੈਗਾ ਇਹੋ ਇੱਕੋ ਕੇਸ ਹੈ ਠੀਕ ਹੈ ਹੁਣ नो ਟੇਲ ਵਾਲਾ ਕਿਹੜਾ ਹੋ ਗਿਆ ਬੇਟਾ ਜੇ ਜੋ ਟੇਲ ਨਾ ਹੋਵੇ ਇਹਦੇ 'ਚ ਵੀ ਹੈਗਾ ਇਹਦੇ 'ਚ ਵੀ ਹੈਗਾ ਇਹਦੇ 'ਚ ਵੀ ਹੈਗਾ ਇਹਦੇ 'ਚ ਨਹੀਂ ਹੈਗਾ ਸੋ ਇੱਕ ਹੀ ਕੇਸ ਹੋਇਆ ਕਿੰਨਾ ਪਹਿਲਾ ਠੀਕ ਹੈ ਕਲੀਅਰ ਹੈ ਸਮਝ ਲੱਗੀ ਹੈ ਨਹੀਂ ਕਿਸ ਤਰ੍ਹਾਂ ਆਇਆ ਹੁਣ ਦੇਖੋ ਬੇਟਾ ਇਹ ਇੰਪੋਰਟੈਂਟ ਕੇਸਿਸ ਹੈਗੇ ਐਟ ਲੀਸਟ ਐਂਡ ਐਟ ਮੋਸਟ ਵਾਲੇ ਦੇਖੋ ਜਰਾ ਧਿਆਨ ਨਾਲ ਮੈਂ ਬਹੁਤ ਹੀ ਸਲੋ ਕਰਕੇ ਤੁਹਾਨੂੰ ਸਮਝਾਉਣਾ ਜਿਹੜਾ ਈਜ਼ੀਲੀ ਸਮਝ ਆਏ ਬੇਟਾ ਐਟ ਲੀਸਟ ਦਾ ਵੈਸੇ ਮਤਲਬ ਕੀ ਹੈ ਬੇਟਾ ਐਟ ਲੀਸਟ ਹੁੰਦਾ ਘੱਟੋ ਘੱਟ ਪਰ ਜ਼ਿਆਦਾ ਵਾਲੇ ਵੀ ਘੱਟੋ ਘੱਟ ਪਰ ਜ਼ਿਆਦਾ ਵਾਲੇ ਵੀ ਠੀਕ ਹੈ ਸਮਝ ਲੱਗੀ ਇੰਨੀ ਗੱਲ ਦੇਖੋ ਜਰਾ ਹੁਣ ਆਪਾਂ ਜਿਹੜਾ ਐਟ ਲੀਸਟ ਦੇ ਨਾਲ ਨੰਬਰ ਲਿਖਿਆ ਹੈ ਨਾ ਉਹ ਆਪਾਂ ਲਿਖ ਲੈਣਾ ਬੇਟਾ ਐਟ ਲੀਸਟ 1 ਹੈਡ ਉਹਨਾਂ ਨੇ ਕਿਹਾ ਯਾਨੀ ਕਿ ਲੈਸ ਤੋਂ ਲੈਸ 1 ਹੈਡ ਹੋਣਾ ਚਾਹੀਦਾ ਪਰ 2 ਹੈਡ ਵੀ ਹੋ ਸਕਦੇ ਆ 3 ਵੀ ਹੋ ਸਕਦੇ 4 ਵੀ ਹੋ ਸਕਦੇ ਕਿਉਂਕਿ ਇਸ ਤੋਂ ਜ਼ਿਆਦਾ ਵਾਲੇ ਨਾ ਬਟ ਸਾਡਾ ਕੇਸ ਕਿਹੜਾ 2 ਕੋਇਨਸ ਵਾਲਾ ਇਹਦੇ ਵਿੱਚ 2 ਹੈਡ ਤੋਂ ਵੱਧ ਤੇ ਹੋ ਹੀ ਨਹੀਂ ਸਕਦੇ ਇਸ ਕਰਕੇ 1 ਹੈਡ ਉਹਨਾਂ ਨੇ ਐਟ ਲੀਸਟ ਕਿਹਾ ਇਸ ਤੋਂ ਬਾਅਦ ਜ਼ਿਆਦਾ ਤੋਂ ਜ਼ਿਆਦਾ ਅਸੀਂ ਕਿੰਨੇ ਲੈ ਸਕਦੇ 2 ਹੈਡ ਇਹ ਧਿਆਨ ਦੇਣਾ ਐਟ ਲੀਸਟ ਦੇ ਨਾਲ ਜਿੰਨਾ ਨੰਬਰ ਲਿਖਿਆ ਹੋਇਆ ਕਿੰਨਾ 1 ਹੈਡ ਹੈ ਉਹ ਤੋਂ ਬੇਟਾ ਅੱਗੇ ਨੂੰ ਚੱਲਣਾ ਹੈਗਾ ਕਿਸ ਤਰ੍ਹਾਂ 2 ਹੈਡ ਆਪਾਂ ਲਿਖ ਸਕਦੇ ਹਾਂ ਠੀਕ ਹੈ ਕਿਉਂਕਿ 2 ਹੈਡ ਤੋਂ ਵੱਧ ਤੇ ਕੋਈ ਕੇਸ ਨਹੀਂ ਹੈਗਾ ਜੇ 3 ਕੋਇਨਸ ਵਾਲਾ ਹੁੰਦਾ ਉਹ 'ਚ 3 ਹੈਡ ਹੋਣਾ ਸੀ ਫਿਰ ਇਹ 3 ਹੈਡ ਵੀ ਲਿਖ ਲੈਣਾ ਸੀ ਠੀਕ ਹੈ ਕਲੀਅਰ ਹੈ ਨਹੀਂ ਬੇਟਾ ਐਟ ਲੀਸਟ ਦੇ ਨਾਲ ਜਿਹੜਾ ਨੰਬਰ ਦਿੱਤਾ ਹੋਏ ਉਹ ਤੋਂ ਨੈਕਸਟ ਨੰਬਰ ਲਿਖਣਾ ਹੈਗਾ ਠੀਕ ਹੈ ਜਿੰਨਾ ਵੱਧ ਤੋਂ ਵੱਧ ਹੋ ਸਕਦਾ ਜਿਸ ਤਰ੍ਹਾਂ 2 ਕੋਇਨਸ ਵਿੱਚ ਹੈਡ ਸਿਰਫ ਮੈਕਸਿਮਮ 2 ਹੀ ਸੀ ਪਰ 1 ਹੈਡ ਲਿਖਿਆ ਹੈ ਇਹ ਤੋਂ ਅੱਗੇ ਅਸੀਂ 2 ਹੈਡ ਲਿਖ ਲਿਆ ਠੀਕ ਹੈ ਕਲੀਅਰ ਹੈ ਆਓ ਹੁਣ ਕਾਊਂਟ ਕਰੀਏ 1 ਹੈਡ ਵਾਲੇ ਕਿਹੜੇ ਕੇਸ ਹੈ ਦੇਖੋ ਇਹਦਾ ਹੈਡ ਟੇਲ ਹੈਡ ਠੀਕ ਹੈ 2 ਕੇਸ ਇਹ ਹੋ ਗਏ ਬੋਥ ਹੈਡ ਵਾਲੇ 2 ਹੈਡ ਵਾਲੇ ਕਿਹੜੇ ਕੇਸ ਹੈ ਇਹ ਵਾਲਾ ਤੇ ਟੋਟਲ ਇਹਨਾਂ ਕਾਊਂਟ ਕਰੋ 1 2 3 ਕੇਸਿਸ ਹੋ ਗਏ ਸਾਡਾ 3/4 ਆਨਸਰ ਆ ਗਿਆ ਠੀਕ ਹੈ ਬੇਟਾ ਇਹ ਕਲੀਅਰ ਹੈ ਸਭ ਨੂੰ ਹੁਣ ਆਓ ਜਰਾ ਇੱਕ ਵਾਰੀ ਤੁਹਾਨੂੰ ਐਟ ਲੀਸਟ 2 ਹੈਡ ਵਾਲਾ ਦੱਸਾਂ ਐਟ ਲੀਸਟ 2 ਹੈਡ ਹੈ ਬੇਟਾ ਐਟ ਲੀਸਟ ਦੇ ਨਾਲ ਨੰਬਰ ਲਿਖਿਆ ਇਹ ਤੋਂ ਆਪਾਂ ਅੱਗੇ ਨੂੰ ਮੂਵ ਕਰਨਾ ਠੀਕ ਹੈ ਬਟ ਅੱਗੇ ਨੂੰ ਕਿਸ ਤਰ੍ਹਾਂ ਮੂਵ ਕਰੀਏ 2 ਕੋਇਨਸ ਵਿੱਚ ਜ਼ਿਆਦਾ ਤੋਂ ਜ਼ਿਆਦਾ ਹੈਡ ਤੇ 2 ਹੀ ਹੋ ਸਕਦੇ 3 ਹੈਡ ਤੇ ਹੋ ਹੀ ਨਹੀਂ ਸਕਦੇ ਸੋ ਇਸ ਕਰਕੇ ਇਹ 2 ਹੈਡ ਹੀ ਰਹੇਗਾ ਠੀਕ ਹੈ ਇਹਦੇ ਕੇਸਿਸ ਕਾਊਂਟ ਕਰ ਲਓ 2 ਹੈਡ ਦਾ ਇੱਕੋ ਕੇਸ ਹੈ ਸੋ ਆਪਾਂ ਲਿਖ ਦਾਂਗੇ 1/4 ਬੇਟਾ ਐਟ ਲੀਸਟ ਵਾਲੇ ਕੇਸ ਕਲੀਅਰ ਹੈ ਐਟ ਲੀਸਟ ਵਾਲਾ ਤੇ ਐਟਮੋਸਟ ਵਾਲਾ ਬੇਟਾ ਪੇਪਰ 'ਚ ਪੁੱਛਿਆ ਜਾਂਦਾ ਹੈਗਾ ਜਿਹੜਾ ਇੱਕ ਵਾਰੀ ਧਿਆਨ ਨਾਲ ਦੇਖ ਲਓ ਠੀਕ ਹੈ ਦੇਖੋ ਇਹਦਾ ਐਟਮੋਸਟ ਬੇਟਾ ਐਟਮੋਸਟ ਵਾਲਾ ਬਿਲਕੁਲ ਓਪੋਜ਼ਿਟ ਹੈ ਐਟਮੋਸਟ ਹੁੰਦਾ ਜ਼ਿਆਦਾ ਤੋਂ ਜ਼ਿਆਦਾ ਪਰ ਘੱਟ ਵਾਲੇ ਵੀ ਐਟ ਲੀਸਟ ਹੁੰਦਾ ਸੀ ਘੱਟ ਤੋਂ ਘੱਟ ਤੇ ਜ਼ਿਆਦਾ ਵਾਲੇ ਵੀ ਤੇ ਇਹਦੇ ਵਿੱਚ ਕੀ ਹੈਗਾ ਐਟਮੋਸਟ ਵਿੱਚ ਕੀ ਹੈ ਜ਼ਿਆਦਾ ਤੋਂ ਜ਼ਿਆਦਾ ਪਰ ਘੱਟ ਵਾਲੇ ਵੀ ਦੇਖੋ ਜਰਾ ਹੁਣ ਐਟਮੋਸਟ ਦੇ ਨਾਲ ਬੇਟਾ
वन हैड लिखिया होया, ਇਹ ਜਿਹੜਾ ਨੰਬਰ ਲਿਖਿਆ ਹੋਏ ਉਹਨੂੰ ਲਿਖ ਲਓ, ਨਾਲ ਬੇਟਾ ਉਹ ਤੋਂ ਪਿੱਛੇ ਵਾਲਾ ਨੰਬਰ ਲਿਖਣਾ ਹੈਗਾ, ਪਿੱਛੇ ਵਾਲਾ ਲਿਖਦੇ ਰਹਿਣਾ ਜਦੋਂ ਤੱਕ ਜ਼ੀਰੋ ਨਾ ਆਏ, ਠੀਕ ਹੈ। ਪਰ वन ਹੈਡ ਦੇ ਨਾਲ ਹੀ ਜ਼ੀਰੋ ਹੈਡ ਹੈਗਾ, ਠੀਕ ਹੈ, ਕਲੀਅਰ, ਠੀਕ ਹੈ। ਜੇ ਮੰਨ ਲਓ ਇੱਥੇ 2 ਹੈਡ ਹੁੰਦਾ ਫਿਰ ਕੀ ਲਿਖਣਾ ਹੈ, 2 ਹੈਡ, 1 ਹੈਡ, 0 ਹੈਡ। ਜੇ 3 ਹੈਡ ਹੁੰਦਾ ਫਿਰ ਕੀ ਲਿਖਣਾ ਹੈ, 3 ਹੈਡ, 2 ਹੈਡ, 1 ਹੈਡ, 0 ਹੈਡ, ਠੀਕ ਹੈ। ਹੁਣ ਇੱਥੇ 1 ਹੈਡ ਹੀ ਹੈ, 1 ਹੈਡ ਲਿਖਿਆ ਨਾਲ 0 ਹੈਡ, ਇਹ ਬੈਕ ਨੂੰ ਚੱਲਦਾ ਹੈਗਾ, ਠੀਕ ਹੈ। ਬੇਟਾ 1 ਹੈਡ ਵਾਲਾ ਕਿਹੜਾ ਕੇਸ ਹੈ, ਹੈਡ ਟੇਲ, ਟੇਲ ਹੈਡ। ਤੇ 0 ਹੈਡ ਵਾਲਾ ਕਿਹੜਾ ਕੇਸ ਹੈ ਬੇਟਾ, ਟੇਲ ਟੇਲ। ਹੁਣ ਇਹ ਕਾਊਂਟ ਕਰ ਲਓ 1 2 3, ਇਹਦੀ ਹੈਗੀ ਪ੍ਰੋਬੇਬਿਲਿਟੀ 3/4, ਠੀਕ ਹੈ। ਦੇਖੋ ਜਰਾ ਹੁਣ ਧਿਆਨ ਨਾਲ, ਐਟਮੋਸਟ 2 ਹੈਡ ਦਾ ਕੇਸ ਦੇਖੋ ਜਰਾ, ਐਟਮੋਸਟ 2 ਹੈਡ। ਹੁਣ ਇਹਦੇ ਵਿੱਚ ਦੇਖੋ ਬੇਟਾ ਕਿਸ ਤਰ੍ਹਾਂ ਆਪਾਂ ਕਰ ਸਕਦੇ ਹੈਗੇ ਆ, 2 ਹੈਡ ਲਿਖੇ ਹੋਏ ਆ, ਉਸ ਤੋਂ ਬਾਅਦ ਪਿੱਛੇ ਕੀ ਆਏਗਾ, 1 ਹੈਡ, ਉਸ ਤੋਂ ਬਾਅਦ ਫੇਰ ਇੱਕ ਪਿੱਛੇ 0 ਹੈਡ। ਜਦੋਂ ਤੱਕ ਸਾਡਾ 0 ਨਹੀਂ ਹੁੰਦਾ ਉਦੋਂ ਤੱਕ ਬੈਕ ਲਿਖਦੇ ਜਾਓ, ਠੀਕ ਹੈ। 2 ਹੈਡ ਸੀ, ਅਸੀਂ 1 ਹੈਡ ਲਿਖਿਆ, ਦੈਨ 0 ਹੈਡ। 2 ਹੈਡ ਦਾ ਕਿਹੜਾ ਕੇਸ ਹੈ, ਹੈਡ ਹੈਡ। ਤੇ ਬੇਟਾ ਇਹਦਾ ਕਿੰਨਾ ਕੇਸ ਹੈ 1 ਹੈਡ ਦਾ, ਹੈਡ ਟੇਲ, ਟੇਲ ਹੈਡ। ਤੇ 0 ਹੈਡ ਦਾ ਕਿਹੜਾ, ਟੇਲ ਟੇਲ। ਇਹ ਕਿੰਨੇ ਕੇਸ ਹੋ ਗਏ, 1 2 3 4, 4 ਕੇਸਿਸ ਹੋ ਗਏ, ਠੀਕ ਹੈ। 4/4, ਇਹਦਾ ਆंसर ਕੀ ਆ ਜਾਏਗਾ 1, यानी कि ਇਹਦੀ ਕਿੰਨੀ ਹੋ ਜਾਏਗੀ ਪ੍ਰੋਬੇਬਿਲਿਟੀ, 100%, ਠੀਕ ਹੈ। 1 आंसर आ गया, क्लियर है बेटा, ठीक है। आई होप ਤੁਹਾਨੂੰ ਸਾਰਾ ਸਮਝ ਹੋਏਗਾ ਬੇਟਾ, ਸਮਝ ਲੱਗਾ ਹੋਏਗਾ ਤੁਹਾਨੂੰ। ਦੇਖੋ ਇਹਦਾ ਧਿਆਨ ਨਾਲ ਬੇਟਾ, ਇੱਕ ਵਾਰੀ ਸਕਰੀਨਸ਼ਾਟ ਲੈ ਲਓ, ਸਾਰਾ ਦੇਖ ਲਓ, ਦੈਨ ਅਸੀਂ 3 coins ਵਾਲਾ ਕੇਸ ਕਰਦੇ ਹਾਂ ਬੇਟਾ, ਠੀਕ ਹੈ। ਥੈਂਕ ਯੂ ਬੇਟਾ। हाँ जी स्टूडेंट्स, आओ 3 coins वाला केस करते हैं। देखो बेटा केस 3 coins, बेटा लिखा हुआ when 3 coins are tossed simultaneously, 3 coins are tossed simultaneously, यानी कि 3 coins इकट्ठे टॉस किए, ठीक है। यह भी 3 coin वाला केस है। जे यह लिखा हुआ when 1 coin is tossed thrice, एक coin ਨੂੰ 3 ਵਾਰ टॉस किया, यह भी बेटा 3 coins वाला केस ही है, ठीक है। ध्यान ਨਾਲ स्टेटमेंट पढ़नी पेपर ਵਿੱਚ, ठीक है, क्लियर है। ਹੁਣ देखो यार टोटल आउटकम्स किन्ने होणगे, 2 ਦੀ ਪਾਵਰ 3, क्योंकि 3 coins है, मैं दस्या होया ਤੁਹਾਨੂੰ, जिन्ने coins है उन्ने पावर फिल करनी, 3 2 ਦੀ ਪਾਵਰ 3 कितना आ गया 8, टोटल आउटकम्स होणगे 8। बेटा ਇਹਨੂੰ ਮੈਂ ਬਣਾਉਣ ਦਾ ਤੁਹਾਨੂੰ ਇੱਕ ਸ਼ਾਰਟਕਟ ਵੇ ਦੱਸਦਾ ਹੈਗਾ, ਦੇਖੋ ਜਰਾ ਧਿਆਨ ਨਾਲ ਇੱਕ ਵਾਰੀ ਸਮਝ ਲਓ। ਸਭ ਤੋਂ ਪਹਿਲਾਂ ਬੇਟਾ ਅਸੀਂ ਲਿਖ ਲੈਣੇ ਦੋਨਾਂ ਸਾਈਡ ਤੇ ਹੈਡ ਹੈਡ ਹੈਡ, ਠੀਕ ਹੈ। ਇੱਧਰ ਲਿਖ ਲੈਣਾ ਟੇਲ ਟੇਲ ਟੇਲ, ਠੀਕ ਹੈ, ਇੰਨਾ ਸਮਝ ਲੱਗਾ। ਦੈਨ ਇਹ ਡਾਇਗਨਲ ਬਣਾ ਲੈਣਾ ਇੱਕ, ਠੀਕ ਹੈ, ਡਾਇਗਨਲ। ਡਾਇਗਨਲ ਵਿੱਚ ਹੈਡ ਵਾਲੀ ਸਾਈਡ ਤੇ ਟੇਲ ਲਿਖ ਦੇਣਾ 3 ਵਾਰ, ਠੀਕ ਹੈ। ਤੇ ਇਹ ਟੇਲ ਵਾਲੀ ਸਾਈਡ ਤੇ ਹੈਡ ਲਿਖ ਦੇਣਾ, ठीक है। डायगनल हैड वाली साइड ते टेल लिखता, टेल वाली साइड ते हैड लिखता। तो हुण की करना, हैड वाली साइड ते हैड फिल कर दो सारे, हैड हैड, दैन हैड हैड, दैन हैड ते हैड, ठीक है। हुण टेल वाली साइड ते टेल फिल कर दो जिहड़ी बचियां स्पेसिस है, ठीक है। ਇਹ ਸਾਡਾ ਈਜ਼ੀਲੀ ਬਣ ਗਿਆ ਬੇਟਾ, ਬਹੁਤ ਈਜ਼ੀ ਵੇ ਹੈਗਾ ਟੋਟਲ ਆਊਟਕਮਸ ਲਿਖਣ ਦਾ। ਬੇਟਾ ਐਗਜ਼ਾਮ ਵਿੱਚ ਤੁਸੀਂ ਇਸ ਤਰ੍ਹਾਂ ਹੀ ਲਿਖੋ, ਇਹਦਾ ਟਾਈਮ ਜਿਹੜਾ ਹੈਗਾ ਕਾਫੀ ਵੇਸਟ ਹੋਣ ਤੋਂ ਬਚ ਜਾਂਦਾ ਹੈਗਾ, ਠੀਕ ਹੈ, ਕਲੀਅਰ ਹੈ। ਆਓ ਬੇਟਾ ਸਮ ਕਰੀਏ ਅਸੀਂ ਅੱਗੇ। ਦੇਖੋ ਜਰਾ ਬੇਟਾ ਆਲ ਹੈਡ ਦਾ ਕੇਸ ਕੀ ਹੈਗਾ, ਹੁਣ ਦੇਖੋ ਜਰਾ ਇਹ ਜਿੰਨੇ ਮੈਂ ਕੁਐਸਚਨ ਲਏ ਹੋਏ ਆ, ਠੀਕ ਹੈ। ਦੇਖੋ ਜਰਾ ਆਪਣਾ ਪ੍ਰੋਬੇਬਿਲਿਟੀ ਦਾ ਫਾਰਮੂਲਾ ਕੀ ਸੀ, ਨਿਊਮਰੇਟਰ 'ਚ ਹੁੰਦਾ ਸੀ ਨੰਬਰ ਆਫ ਫੇਵਰੇਬਲ ਆਊਟਕਮਸ, ਨੀਚੇ ਕੀ ਹੁੰਦਾ ਹੈ टोटल नंबर ऑफ आउटकम्स। सारे केसेस विच डिनोमिनेटर की आएगा 8, क्योंकि 3 coins का केस है, इस टोटल आउटकम्स कितने 8। आओ पहला असी डिनोमिनेटर लिख लीए, ਇਹਦਾ कितना आ जाएगा बेटा 8, ਇਹਦਾ कितना आ जाएगा 8, ਇਹਦਾ भी 8, ठीक है, क्लियर है बेटा। ਹੁਣ देखो जरा ध्यान नाल बेटा, ऑल हैड ਦਾ बेटा ਇੱਕੋ ਹੀ केस है वाला, ठीक है, क्लियर है। तो सो 1 आ गया। ऑल टेल का यह वाला केस है, इको ही केस है बेटा, सो कितना आ गया, यह भी 1 आ गया। 1 हैड एंड 2 टेल, बेटा देखो यार 1 हैड एंड 2 टेल, 1 हैड एंड 2 टेल, ਇਹ 3 केसेस हो गए ना बेटा, 1 हैड एंड 2 टेल, 1 हैड 2 टेल, 1 हैड 2 टेल। इधर है 1 टेल 2 हैड है, ठीक है, नहीं यानी कि 3 केसेस हो गए बेटा, 3 आ जाएगा बेटा। ਹੁਣ 2 ਹੈਡ 1 ਟੇਲ,
वो ऐ हो गए केसेस बेटा, ठीक है। 2 हेड 1 टेल, 2 हेड 1 टेल, 2 हेड 1 टेल, यानी कि 3/8। उस तो बाद देखो यार नो हेड, बेटा नो हेड का केड़ा केस है, वो ए वाला केस है, कोई हेड नहीं यानी कि सारे टेल 1/8। नो टेल का केड़ा हो गया, ए वाला ही सारे हेड यानी कि 1/8। हाँ जी बेटा क्लियर है तुहानू, एक बार सारा देख लो, दैन असी एटलीस्ट एंड एटमोस्ट वाले केस करते हैं बेटा, ठीक है। हाँ जी स्टूडेंट्स, और नेक्स्ट केसेस करते हैं। देखो जरा बेटा एटलीस्ट एंड एटमोस्ट वाले केस है, पहले 3 की है एटलीस्ट वाले, अगले 3 की है एटमोस्ट वाले। वैसे मैं तुहानू 2 कॉइन्स में सारा समझा ही दिता हुआ है, ठीक है। एटलीस्ट का मतलब की हुंदा घट तो घट पर ज़्यादा वाले भी, ज़्यादा कित्थों तक, ਇਹ 3 coins ਦਾ ਕੇਸ ਹੈ, ਇਹਦੇ ਵਿੱਚ ਹੈਡ ਜ਼ਿਆਦਾ ਤੋਂ ਜ਼ਿਆਦਾ ਕਿੰਨੇ ਹੋਣਗੇ 3, ਟੇਲ ਜ਼ਿਆਦਾ ਤੋਂ ਜ਼ਿਆਦਾ ਕਿੰਨੇ ਹੋਣਗੇ 3 ਤੋਂ ਅੱਗੇ ਨਹੀਂ ਅਸੀਂ ਜਾ ਸਕਦੇ। ਦੇਖੋ ਯਾਰ ਬੇਟਾ ਐਟਲੀਸਟ 1 ਹੈਡ ਵਾਲਾ ਕੇਸ ਵਿੱਚ ਕੀ ਹੋਏਗਾ, ਐਟਲੀਸਟ 1 ਹੈਡ, ਜਿਹੜਾ ਨੰਬਰ ਲਿਖਿਆ ਉਸ ਤੋਂ ਅੱਗੇ ਨੂੰ, ਪਹਿਲਾਂ 1 ਲਿਖ ਲਓ 1 ਹੈਡ, then 2 ਹੈਡ, then ਮੈਕਸਿਮਮ 3 ਹੈਡ, ठीक है। ਇਹਦੇ ਸਾਰੇ ਕੇਸਿਸ ਕਾਊਂਟ ਕਰ ਲਓ। 1 ਹੈਡ ਵਾਲੇ ਕਿਹੜੇ ਕੇਸਿਸ ਹੈ ਬੇਟਾ, 1 2 3, ठीक है 3 केसेस है। उसके बाद 2 हेड वाले केड़े केसेस है बेटा, 1 2 3 है भी 3 है। उसके बाद 3 हेड वाला केड़े केस है बेटा, ए वाला पहला ही 1। ਹੁਣ ਇਹ ਤਿੰਨਾਂ ਨੂੰ ਪਲੱਸ ਕਰ ਲਓ, ਕਿੰਨਾ ਆ ਗਿਆ 3 + 3 + 1 7, ठीक है। ਆ ਗਿਆ ਸਾਡਾ 7। नीचे ਤੁਹਾਨੂੰ ਪਤਾ ਹੀ ਹੈ बेटा 8 ਹੀ आएगा क्योंकि 3 कॉइन्स ਦਾ केस है, नीचे ਪਹਿਲਾਂ ही 8 लिख लो ਤੁਸੀਂ, ठीक है। क्लियर है तुहानू बेटा एटलीस्ट 1 हेड वाला। हुण देखो जरा एटलीस्ट 2 हेड वाला, हुण 2 हेड लिखिया, ਇਹਦੇ ਤੋਂ ਅੱਗੇ ਨੂੰ बेटा ਕੀ ਹੋਏਗਾ 3 हेड। ਹੁਣ 2 हेड ਦੇ ਕਿੰਨੇ ਕੇਸ ਹੈ, ਉਹ ਉੱਪਰ ਆਪਾਂ ਕਾਊਂਟ ਕੀਤੇ ਹੀ ਹੋਏ ਆ 3, 2 हेड ਵਾਲੇ 1 2 3, 3 हेड वाला ਇੱਕੋ ਹੀ ਕੇਸ ਹੈ 1। ਇਹਨਾਂ ਨੂੰ ਪਲੱਸ ਕਰ ਦੋ 3 + 1 4, 4/8 ਕਿੰਨਾ ਆ ਜਾਏਗਾ बेटा 1/2 आ जाएगा कटिंग करके, ठीक है। क्लियर है। ਹੁਣ ਦੇਖੋ जरा ਅੱਗੇ बेटा एटलीस्ट 3 हेड, बेटा 3 हेड लिखिया होया, इस तो अगे तो आप जा ही नहीं सकते क्योंकि मैक्सिमम ही 3 होंगे है। सो 3 हेड वाला केड़ा केस है, इक्को ही केस है। सो 1/8 आ गया, ठीक है। एटलीस्ट वाला क्लियर है बेटा, ठीक है। एक बार देख लो जरा, ठीक है बेटा। वो एटमोस्ट करते हैं, देखो जरा एटमोस्ट की ज़्यादा तो ज़्यादा पर घट वाले भी, ये 0 वाल नूं चाहिदा सी, 1 तो बाद 0, 2 तो बाद 1 दैन 0, 3 तो बाद की 2 1 0। देखो यार एटमोस्ट 1 हेड यानी कि 1 हेड, इस तो पिछे नूं बेटा की हो गया 0 हेड। 0 हेड का केड़ा केस हो गया, टेल 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 वाला यानी कि इक्को। उस तो बाद 1 हेड वाला केड़ा केस है 1 2 3, किन्ने हो गए 3, दोवां नूं प्लस कर लो किन्ना आ गया 4, बेटा 4/8 किन्ना आ गया 1/2, ठीक है। क्लियर है। उस तो बाद देखो यार एटमोस्ट 2 हेड का केस, ठीक है। एटमोस्ट 2 हेड वाला केस की करांगे 2 हेड, दैन उस तो बाद 1 हेड, दैन 0 हेड। बेटा देखो यार 2 हेड वाले केड़े केस है क्या, 1 2 3, ठीक है। 1 हेड वाले किन्ने केस है 1 2 3, ठीक है। उसके बाद 0 हेड वाला केड़ा केस है, टेल वाला यानी कि 1 1 + 1, ठीक है। 1 + 3 + 3 7, 7/8 आंसर, ठीक है। क्लियर है। उसके बाद 3 हेड एटमोस्ट, इस 3 हेड लिखिया, दैन उस तो बाद 2 हेड, दैन उस तो बाद 1 हेड, दैन उस तो बाद 0 हेड। हुण 3 हेड का केड़ा केस है, हेड 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 वाला 1। उस तो बाद 2 हेड वाला केड़ा केस है 1 2 3, 3 हो गए। उस बाद 1 हेड वाला केड़ा केस है बेटा 1 2 3, है भी 3 हो गए। 0 हेड वाला केड़ा केस है बेटा टेल वाला, टेल 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 वाला 1। इन्हों प्लस कर दो किन्ना हो गया बेटा 1 + 3 4, 4 + 3 7, 7 + 1 8, ठीक है। 8 आ गया, 8/8 कटिंग हो गए 1 आ गया यानी कि 100% प्रोबेबिलिटी, ठीक है।
हाँ जी बेटा, एक बार सारा देख लियो, ठीक है, स्क्रीनशॉट ले लिਓ, जो कोई प्रॉब्लम है तो कमेंट कर सकते हो। ठीक है बेटा, कॉइन्स वाला केस ਅਸੀਂ ਕਰ ਲਿਆ। ਇਸ ਤੋਂ ਬਾਅਦ ਜਿਹੜਾ ਹੈਗਾ ਕੇਸ ਕਰਾਂਗੇ ਅਸੀਂ ਡਾइस वाला। ठीक है, उल तक ऑल द बेस्ट बेटा।